इन्होंने 5000 रुपया साढ़े तो लिता। इन्होंने कहा कि असी तुहाडी बेटा 99% इन्होंने कहा कि तुहाडी सीटां रिजर्व ने कि तुहाडा साल नहीं बर्बाद होएगा, तुसी अपनी क्लासां आके लगाओ, तुसी बाकी बच्चे ना कंटिन्यू करो। आपके पेपर तो अब हो नहीं सकते, इन्होंने अब ये भी आज ही मैसेज भेजा है। आप यहाँ पे 6-7 महीने से आ रहे हो, इतनी दूर दूर से, वो कुछ नहीं? हमको दिलासा देने के लिए इन्होंने ये भेजा कि आप डिप्लोमा कर लो। बाकी बच्चों के पेपर शुरू होके ख़त्म होने पे आ गए सर कि हमारा साल बर्बाद पूरा हो जाएगा। अगर यहाँ पे नहीं होना था, ये सब यही करना था, हमें पहले कह देते। जब एंट्रेंस इन्होंने दी थी हमें बिना एंट्रेंस के पेपर के, तो तभी कह देते हम लोग कोई और कोर्स कर देते। हम लोग जब कॉलेज एंटर हुए हमें लगा कि हमारे लिए बैठे हैं, बट जब हमने टीचर से आस पास बच्चों से पूछा, बच्चे कहते कि नहीं आपके लिए नहीं, टीचर्स अपने पे बढ़ाने के लिए बैठे हुए हैं। प्रिंसिपल कभी साढ़े सामने नहीं आए, जो पूछन भी जाओ तो कोई जवाब नहीं मिलता है। कल एक सर कह रहे थे कि तुहानू इंटरस्टेड नहीं है गवर्नमेंट देन दे विच ये वाली एडमिशन, ते अज एक सर कह रहे है तो साडी कोई मीटिंग ही नहीं हुई हैगी। ਇਹ ਪ੍ਰੋਸੈਸ ਤਾਂ 10-12 ਦਿਨ ਦਾ ਸੀਗਾ। ਨਵੀਂ ਗਵਰਨਮੈਂਟ ਦੇ ਬਦਲਣ ਨਾਲ ਹੀ ਇੰਨਾ ਲੰਬਾ ਹੋ ਗਿਆ ਕਿ ਕੋਰਟ ਦੇ ਡਿਸੀਜਨ ਤੋਂ ਬਾਅਦ ਵੀ ਗਵਰਨਮੈਂਟ ਡਿਸੀਜਨ ਨਹੀਂ ਲੈ ਪਾ ਰਹੀ ਜੀ। ਔਰ ਇਸ ਤਰ੍ਹਾਂ ਨਹੀਂ ਹੁੰਦਾ, ਹਰ ਸਾਲ ਇਹ 10-12 ਦਿਨ ਦਾ ਫੇਜ਼ ਹੁੰਦਾ ਹੈ। ਗਵਰਨਮੈਂਟ ਕੁਝ ਨਵੇਂ ਐਕਸਪੈਰੀਮੈਂਟ ਕਰ ਰਹੀ ਹੈ ਐਜੂਕੇਸ਼ਨ ਦੇ, ਕਿਉਂਕਿ ਉਹ ਇੱਕ ਨਵੀਂ ਤਰ੍ਹਾਂ ਨਾਲ ਇਸ ਨੂੰ ਡੀਲ ਕਰਨਾ ਚਾਹੁੰਦੀ ਹੈ। ਉਸ ਚੱਕਰ 'ਚ ਜਿਹੜੇ ਪੁਰਾਣੇ ਚੱਲ ਰਹੇ ਸਿਸਟਮ ਨੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਰੋਕ ਦਿੱਤਾ ਗਿਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਹਾਂ ਤੁਹਾਡਾ ਨਾਲ ਸੁਸ਼ੀਲ ਮਚਾਨ। ਪਹੁੰਚੇ ਹਾਂ ਮਾਲਵਾ ਕਾਲਜ, ਜੋ ਸਰਕਾਰੀ ਗਰਲਸ ਕਾਲਜ ਹੈ ਮਾਲਵਾ ਕਾਲਜ, ਜਿੱਥੇ ਸਟੂਡੈਂਟਸ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਅੱਜ ਡੀਸੀ ਆਫਿਸ ਦੇ ਬਾਹਰ ਵੀ ਇੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜਾਣਦੇ ਹਾਂ ਇਹਨਾਂ ਸਟੂਡੈਂਟਸ ਦੀਆਂ ਕੀ ਮੰਗਾਂ ਨੇ ਔਰ ਕੀ ਅਜਿਹਾ ਹੋਇਆ ਕਿ ਇਹਨਾਂ ਨੂੰ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਇਸ ਸਰਕਾਰੀ ਅਦਾਰੇ ਦੇ ਖਿਲਾਫ, ਜਿੱਥੇ ਤਾਂ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਵੀ ਸਿੱਖਿਆ ਨੂੰ ਉੱਚ ਪੱਧਰੀ ਲੈ ਕੇ ਜਾਣਾ ਮੈਂ ਔਰ ਪੰਜਾਬ ਦੇ ਵਿੱਚ ਸਿੱਖਿਆ ਜਿਹੜੀ ਹੈ ਸਰਕਾਰੀ ਅਦਾਰਿਆਂ 'ਚ ਫ੍ਰੀ ਕਰਨੀ ਹੈ ਔਰ ਦਿੱਲੀ ਮਾਡਲ ਬਣਾਉਣਾ ਹੈ। ਕਿਹੜਾ ਦਿੱਲੀ ਮਾਡਲ ਲਿਆਉਣ ਦੀ ਗੱਲ ਕਰਦੇ ਪਏ ਨੇ, ਜਿੱਥੇ ਤਾਂ ਇਹ ਸਟੂਡੈਂਟਸ ਨੇ, ਜਿੱਥੇ ਲਿਖਿਆ ਸਿੱਖਿਆ ਨਾਲ ਦੇਸ਼ ਸਜਾਵਾਂਗੇ, ਦੇਸ਼ ਨੂੰ ਸੁੰਦਰ ਬਣਾਵਾਂਗੇ, ਤੇ ਇਹ ਸਭ ਝੂਠੇ ਲਾਰੇ ਨੇ। ਇਹ ਲਾਰੇ ਨੇ, ਕਿਹੜੇ ਲਾਰੇ ਨੇ? ਗੱਲ ਕਰਦੇ ਹਾਂ ਅੱਜ ਭਗਵੰਤ ਮਾਨ ਸਰਕਾਰ ਦੇ ਉੱਤੇ ਨਿਸ਼ਾਨਾ ਵਾ ਇਹਨਾਂ ਸਟੂਡੈਂਟਸ ਦਾ, ਜਿੱਥੇ ਤਾਂ ਆਏ ਦਿਨ ਸਰਕਾਰ ਵੱਲੋਂ ਜਿਹੜੀਆਂ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਨੇ ਔਰ ਇਹ ਦਿਸ਼ਾ ਨਿਰਦੇਸ਼ ਕਿੱਥੇ ਨੇ ਔਰ ਕਿਹੜੀ ਨੋਟੀਫਿਕੇਸ਼ਨ ਦੇ ਵਿੱਚ ਨੇ, ਜਾਣਦੇ ਹਾਂ। ਤੁਸੀਂ ਇਸੇ ਸਟੂਡੈਂਟਸ ਹੋ ਇਸ ਮਾਲਵਾ ਕਾਲਜ ਦੇ? ਯੈਸ ਸਰ। ਬਲਾਈਂਡ ਹੋ ਤੁਸੀਂ? ਯੈਸ ਸਰ। ਔਰ ਕੀ ਪੂਰਾ ਮਾਮਲਾ ਹੈਗਾ ਵਾ, ਇਹੋ ਜਿਹਾ ਕੀ ਹੋਇਆ ਤੁਹਾਡੇ ਨਾਲ ਜਿਹੜਾ ਕਿ ਤੁਹਾਨੂੰ ਅੱਜ ਆਪਣੀਆਂ ਮੰਗਾਂ ਲਈ ਇੱਥੇ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ? ਸਰ ਸਾਨੂੰ ਬਿਨਾਂ ਐਂਟਰੈਂਸ ਐਗਜ਼ਾਮ ਦੇ ਬੀਐਡ ਦੇ ਵਿੱਚ ਐਡਮਿਸ਼ਨ ਮਿਲ ਗਈ ਸੀਗੀ ਜੀ, ਤੇ ਉਹਨਾਂ ਨੇ ਕਿਹਾ ਸਾਡੀ ਐਡਮਿਸ਼ਨ ਪੱਕੀ ਹੋ ਜਾਣੀ ਆ। ਅਸੀਂ ਟਾਈਮ ਪੁੱਛਦੇ ਰਹੇ ਇਹਨਾਂ ਤੋਂ, ਤੇ ਇਹਨਾਂ ਨੇ ਕਿਹਾ ਕੋਈ ਗੱਲ ਨਹੀਂ ਤੁਹਾਡੀ ਐਡਮਿਸ਼ਨ ਪੱਕੀ ਹੈਗੀ ਆ, ਟੈਨਸ਼ਨ ਨਾ ਲਓ। ਤੇ ਫਿਰ ਸਾਡੀ ਫੀਸ ਜਿਹੜੀ ਹੈ 5000 ਇਹਨਾਂ ਨੇ ਪਹਿਲੇ ਲਈ ਸੀ। ਫਿਰ ਬਾਕੀ ਫੀਸ ਬਾਰੇ ਅਸੀਂ ਗੱਲ ਕਰਦੇ ਹੁੰਦੇ ਸੀਗੇ ਕਈ ਵਾਰੀ, ਕਹਿੰਦੇ ਅਸੀਂ ਕੋਈ ਨਹੀਂ ਲੈ ਲਵਾਂਗੇ ਫੀਸ। ਅਸੀਂ ਟਾਈਮ ਅਸੀਂ ਪੜ੍ਹਾਈ ਕਰਦੇ ਰਹੇ, ਪ੍ਰੋਪਰ ਕਲਾਸਾਂ ਲਾਈਆਂ ਸਾਰੀਆਂ, ਤੇ ਐਕਟੀਵਿਟੀਜ਼ ਸਾਰਾ ਅਸੀਂ ਪਾਰਟਿਸਿਪੇਟ ਕੀਤਾ, ਹੋਮ ਐਗਜ਼ਾਮੀਨੇਸ਼ਨ ਵੀ ਦਿੱਤੇ ਅਸੀਂ ਸਾਰੇ। ਤੇ ਹੁਣ ਜਿਹੜੇ ਬੱਚੇ ਦੂਜੇ ਹੈਗੇ ਉਹਨਾਂ ਦੇ ਪੇਪਰ ਸ਼ੁਰੂ ਹੋ ਗਏ, ਜਿਹੜੇ ਪੱਕੇ ਐਡਮਿਸ਼ਨ ਵਾਲੇ ਬੱਚੇ ਸੀਗੇ, ਤੇ ਸਾਡੇ ਪੇਪਰ ਨਹੀਂ ਹੋ ਰਹੇ। ਤੇ ਸਾਡਾ ਸਵਾਲ ਹੁਣ ਇਹ ਹੈ ਕਿ ਵੀ ਸਾਡੇ ਪੇਪਰ ਕਿਉਂ ਨਹੀਂ ਹੋ ਰਹੇ? ਜੇ ਐਦਾਂ ਹੋਇਆ ਤਾਂ ਇਹਦੇ ਵਿੱਚ ਗਲਤੀ ਕਿਹਦੀ ਆ? ਜੀ, ਤੁਸੀਂ ਪੂਰਾ ਸਾਲ ਲਗਾਇਆ, ਫਾਈਨਲ ਐਗਜ਼ਾਮਸ ਨੇ? ਹਾਂਜੀ ਸਰ, 6-7 ਮਹੀਨੇ ਸਰ ਸਾਨੂੰ ਹੋ ਗਏ ਇਸ ਕਾਲਜ 'ਚ ਪੜ੍ਹਾਈ ਕਰਦਿਆਂ ਨੂੰ। ਤੇ ਸਰ ਹੁਣ ਸਾਡਾ ਸਾਲ ਖਰਾਬ ਨਾ ਹੋਵੇ ਅਸੀਂ ਤਾਂ ਇਹ ਚਾਹੁੰਦੇ ਹਾਂ ਸਰ। ਅਜਿਹਾ ਕੀ ਹੋਇਆ ਸੀਗਾ ਇੱਥੇ ਦੇ ਪ੍ਰਿੰਸੀਪਲ ਜਾਂ ਕਿਹੜੀ ਮੈਨੇਜਮੈਂਟ ਨੇ ਤੁਹਾਨੂੰ ਕਮਿਟਮੈਂਟਸ ਕੀਤੀਆਂ ਸੀਗੀਆਂ ਜਿਨ੍ਹਾਂ ਦੇ ਕਰਕੇ ਤੁਸੀਂ ਅੱਜ ਹਰਾਸ ਹੋ ਕੇ ਇੱਥੇ ਖੜੇ ਹੋ? ਸਰ ਜਦੋਂ ਅਸੀਂ ਐਡਮਿਸ਼ਨ ਲੈਣ ਆਏ ਸੀਗੇ ਤੇ ਘਰਦਿਆਂ ਨੇ ਕਿਹਾ ਬੀਐਡ ਕਰ ਲਓ। ਅਸੀਂ ਚਲੋ ਬੀਐਡ ਲਈ ਮਾਲਵਾ ਕਾਲਜ ਫੇਮਸ ਹੈ, ਜੇ ਮਾਲਵਾ ਕਾਲਜ ਫੇਮਸ ਹੈਗਾ ਤਾਂ ਇਸ ਕਰਕੇ ਅਸੀਂ ਇੱਥੇ ਆਏ। ਸਾਨੂੰ ਪਤਾ ਚੱਲਿਆ ਕਿ ਐਂਟਰੈਂਸ ਬੰਦ ਹੋ ਚੁੱਕੀ ਹੈ, ਕਿ ਬੱਚਿਆਂ ਨੇ ਜਿਨ੍ਹਾਂ ਨੇ ਪਹਿਲੇ ਐਂਟਰੈਂਸ ਟੈਸਟ ਦਿੱਤੇ ਹੈਗੇ ਉਹਨਾਂ ਦੀ ਪਹਿਲੇ ਐਡਮਿਸ਼ਨ ਹੋਏਗੀ, ਬਾਅਦ 'ਚੋਂ ਅਗਰ ਬਚ ਜਾਣਗੇ ਤੁਹਾਨੂੰ ਮਿਲ ਜਾਣਗੀਆਂ ਸੀਟਾਂ। ਤੇ ਉਸ ਤੋਂ ਬਾਅਦ ਇਹਨਾਂ ਨੇ ਡੇਟ ਦਿੱਤੀ, ਅਸੀਂ ਆਏ, ਇਹਨਾਂ ਨੇ 5000 ਰੁਪਇਆ ਸਾਡੇ ਤੋਂ ਲਿੱਤਾ। ਇਹਨਾਂ ਨੇ ਕਿਹਾ ਕਿ ਅਸੀਂ ਤੁਹਾਡੀ ਬੇਟਾ 99% ਇਹਨਾਂ ਨੇ ਕਿਹਾ ਕਿ ਤੁਹਾਡੀ ਸੀਟਾਂ ਰਿਜ਼ਰਵ ਨੇ ਕਿ ਤੁਹਾਡਾ ਸਾਲ ਨਹੀਂ ਬਰਬਾਦ ਹੋਏਗਾ, ਤੁਸੀਂ ਆਪਣੀ ਕਲਾਸਾਂ ਆ ਕੇ ਲਗਾਓ, ਤੁਸੀਂ ਬਾਕੀ ਬੱਚੇ ਨਾ ਕੰਟੀਨਿਊ ਕਰੋ। ਸਾਡਾ ਹੋਮ ਐਗਜ਼ਾਮੀਨੇਸ਼ਨ ਲਿੱਤਾ ਇਹਨਾਂ ਨੇ, ਪ੍ਰੈਕਟੀਕਲਸ ਵੀ ਲਿੱਤੇ ਹੈ। ਜਦੋਂ ਲਾਸਟ ਸਮੈਸਟਰ ਦੇ ਕੀ ਕਹਿੰਦੇ ਰੋਲ ਨੰਬਰ ਦੇਣ ਦੀ ਵਾਰੀ ਆਈ, ਉਦੋਂ ਇਹਨਾਂ ਨੇ ਕਹਿ ਦਿੱਤਾ ਕਿ ਬੇਟਾ ਕੋਰਟ ਕੇਸ ਚੱਲਦਾ ਪਿਆ ਹੈਗਾ, ਹਜੇ ਕੋਰਟ ਵੱਲੋਂ ਜੋ ਆਏਗਾ ਠੀਕ ਹੈ, ਉਸ ਤੋਂ ਬਾਅਦ ਅਸੀਂ ਤੁਹਾਨੂੰ ਰੋਲ ਨੰਬਰ ਦੇਵਾਂਗੇ।
ਕੋਰਟ ਕੇਸ ਦਾ ਰਿਜ਼ਲਟ ਆ ਗਿਆ, ਇਹਨਾਂ ਨੇ ਕਿਹਾ ਕਿ ਪੋਜ਼ਿਟਿਵ ਆਇਆ ਹੈ। ਉਸ ਤੋਂ ਬਾਅਦ ਉਹਨਾਂ ਨੇ ਕੋਰਟ ਕੇਸ ਦਾ ਜਿਹੜਾ ਨੋਟੀਫਿਕੇਸ਼ਨ ਸੀ ਉਹਦੇ ਵਿੱਚ ਸੀਗਾ 3 ਵੀਕਸ ਦਾ ਟਾਈਮ, ਕਿ ਯੂਨੀਵਰਸਿਟੀ ਨੂੰ 3 ਵੀਕਸ ਦਾ ਟਾਈਮ ਦਿੱਤਾ ਗਿਆ ਸੀ ਕਿ ਬੱਚਿਆਂ ਨੂੰ ਰੋਲ ਨੰਬਰ ਦਿੱਤੇ ਜਾਣਗੇ। ਬੱਚਿਆਂ ਨੂੰ ਰੋਲ ਨੰਬਰ 3 ਵੀਕਸ ਤੋਂ ਉੱਪਰ ਹੋ ਕੇ ਮਹੀਨਾ ਖਤਮ ਹੋ ਕੇ ਅਗਲਾ ਮਹੀਨਾ ਚੜ ਗਿਆ ਸਰ, ਕਿ ਹਜੇ ਤੱਕ ਸਾਨੂੰ ਕੋਈ ਵੀ ਸੁਣਵਾਈ ਨਹੀਂ ਹੈਗੀ। ਟੀਚਰ ਸਾਨੂੰ ਇਹ ਕਹਿ ਰਹੇ ਨੇ ਕਿ ਬੇਟਾ ਅਸੀਂ ਤੁਹਾਡੇ ਨਾਲ ਹੈ, ਅਸੀਂ ਤੁਹਾਡੇ ਨਾਲ ਹੈ। ਤੁਸੀਂ ਸਾਡੇ ਨਾਲ ਕਿਵੇਂ ਹੈਗੇ? ਤੁਸੀਂ ਤਾਂ ਆਪਣਾ ਧਰਨਾ, ਆਪਣੇ ਪੈਸੇ ਵਾਸਤੇ ਧਰਨਾ लगा के बैठे हो, बच्चे वास्ते कुछ सोचते ही नहीं पाई हैगी। टीचर्स हजे भी बेटा हमें आपसे ज़्यादा आपके भविष्य की चिंता है, हमें भी कॉलेज चलता ही बच्चों के साथ है, हमें भी आपकी चिंता है कि प्रिंसिपल्स ने इकट्ठी होकर बातचीत करनी है। बातचीत क्या करनी, किस चीज़ पे करनी है? अभी तक तो कुछ हुआ नहीं। बाकी बच्चों के पेपर शुरू होके ख़त्म होने पे आ गए सर, कि हमारा साल बर्बाद पूरा हो जाएगा। अगर यहाँ पे नहीं होना था, ये सब यही करना था, हमें पहले कह देते। जब एंट्रेंस इन्होंने दी थी हमें बिना एंट्रेंस के पेपर के, तो तभी कह देते, हम लोग कोई और कोर्स कर देते। अभी कई बच्चे हैं जो दूर दूर से अप डाउन करते हैं, रोज़ अप डाउन करते हैं, उनका भी पैसा वेस्ट। ये लोग अगर कहते कि अग्रेसिव हो जाते हैं तो वो कहते कि अपना 5000 रुपीज़ लो और चले जाओ आप यहाँ से। तो सर 5000 का क्या करें? जो बाकी हम लोग रोज़ आते थे, आने जाने का पेट्रोल का खर्चा, फिर यहाँ पे आके जो हमने एक्टिविटीज़ पार्टिसिपेट किया है उसका खर्चा, बाकी सारे खर्चे भी तो सर हो रहे हैं। घर वालों के पैसे तो बर्बाद हम लोगों ने अच्छे से कर दिए हुए हैं। अभी ये लोग कह रहे हैं कि छोड़ के चले जाओ, तो सर इसमें और घर वाले भी परेशान है कि बच्चों का साल बर्बाद हो रहा है। मोबाइल 'ਚ ਕੀ ਦਿਖਾਣਾ ਚਾਹੁੰਦੇ ਹੋ? कि ये डिप्लोमा कर लो, ऐसे डिप्लोमा कर लो अपना, मीन्स बनवा लेना, फिर साल गैप भी नहीं बनेगा, ये बोला इन्होंने। अब डिप्लोमा कहाँ से कर लो? कोई इग्नो है कोई इंटरनेशनल गांधी। नहीं, आपको 5000 रुपये इन्होंने लिया, यहाँ पे एडमिशन दे दी, सब कुछ हो गया, सीट 99% रिजर्व भी कर दी। अब ये डिप्लोमा बाहर कहाँ भेज रहे हैं? नहीं, ये कहते हैं कि साल गैप नहीं पड़ेगा, आपके पेपर तो अब हो नहीं सकते। इन्होंने अब ये भी आज ही मैसेज भेजा है। तो आप यहाँ पे 6-7 महीने से आ रहे हो, इतनी दूर दूर से, वो कुछ नहीं? हमको दिलासा देने के लिए इन्होंने ये भेजा कि आप डिप्लोमा कर लो। कोई बठिंडा से आता है, कोई इतनी दूर से अप डाउन करता है, उसका क्या? आप सब लोगों को रिसिप्ट मिली है 5-5 हज़ार? बिल्कुल मिली है, यस सर। तो एज पर द रूल अगर किसी के पास सीट होती है तभी वो पैसे लेते हैं, और विदाउट पैसे लिए किसी की एंट्रीज नहीं होती है। और 7 महीने हो गए आपको यहाँ पे पढ़ते हुए, एजुकेशन करते हुए, पढ़ते हुए 5 साल एक्टिविटीज़ में पार्टिसिपेट किया है, यूथ में पार्टिसिपेट किया है, जिस सेमिनार हुए हैं, अगर हमने सेमिनार में पार्टिसिपेट नहीं किया, इन्होंने फ़ाइन दिया हमको, हमने फ़ाइन भरा, सब कुछ करा है। लेकिन आप एक चीज़ बोल रहे थे, टीचर ने भी धरना दिया हुआ है। टीचर्स ने धरना, ये देखिए सर, आप अपने ये फ़ोटो आप देख सकते हैं, ये सुबह की फ़ोटो है कि टीचर्स अपनी पे बढ़ाने के लिए ये धरने दे रहे थे। हम लोग जब कॉलेज एंटर हुए हमें लगा कि हमारे लिए बैठे हैं, बट जब हमने टीचर से आसपास बच्चों से पूछा, बच्चे कहते कि नहीं आपके लिए नहीं, टीचर्स अपनी पे बढ़ाने के लिए बैठे हुए हैं, अपने पेंशन के लिए। ये सिर्फ मालवा कॉलेज के टीचर्स हैं, खालसा कॉलेज के भी टीचर्स, आप पीछे देख सकते हैं, खालसा कॉलेज है, खालसा कॉलेज के गेट के बाहर भी टीचर्स बैठी हुई थी अपनी पे बढ़ाने के लिए। टीचर्स को पे बढ़ाने की है, ये बच्चों का फ्यूचर देखने के लिए। फिर टीचर्स ऐसे कैसे बोल सकते कि बेटा हम आपके साथ हैं? ਬਹੁਤ ਵੱਡਾ ਸਵਾਲ ਹੈ। ਜਿੱਥੇ ਤਾਂ ਇੱਕ ਸਿੱਖਿਆ ਨੂੰ ਮੁੱਖ ਰੱਖਿਆ ਜਾਂਦਾ ਵਾ, ਉੱਥੇ ਹੀ ਆਪਣੀਆਂ ਤਨਖਾਹਾਂ ਨੂੰ ਵਧਾਉਣ ਵਾਸਤੇ ਸਿੱਖਿਆ ਨੂੰ ਬੰਦ ਕਰਕੇ ਧਰਨਾ ਪ੍ਰਦਰਸ਼ਨ ਟੀਚਰ ਕਰ ਰਹੇ ਨੇ। ਔਰ ਜਿਹੜੇ ਸਟੂਡੈਂਟ ਨੇ ਜਿਨ੍ਹਾਂ ਤੋਂ ਪੈਸੇ ਲਿੱਤੇ ਹੋਏ ਨੇ, ਉਹਨਾਂ ਦੀ ਐਜੂਕੇਸ਼ਨ ਕੁਛ ਨਹੀਂ ਹੈ, ਕੋਈ ਮਾਇਨੇ ਨਹੀਂ ਰੱਖਦੀ ਇਹਨਾਂ ਵਾਸਤੇ ਬੱਚਿਆਂ ਦੀ ਪੜ੍ਹਾਈ, ਔਰ ਕੋਈ ਮਾਇਨੇ ਨਹੀਂ ਰੱਖਦਾ ਇਹਨਾਂ ਬੱਚਿਆਂ ਦਾ ਭਵਿੱਖ, ਕੋਈ ਮਾਇਨੇ ਨਹੀਂ ਰੱਖਦਾ ਇਹਨਾਂ ਬੱਚਿਆਂ ਦਾ ਕੈਰੀਅਰ। ਕੀ ਸਿਖਾਉਣ ਲੱਗੇ ਹੋਏ ਨੇ? ਪੰਜਾਬ ਸਰਕਾਰ ਕੀ ਆਦੇਸ਼ ਦੇ ਰਹੀ ਹੈ ਵੀ ਇਹ ਜਿਹੜੇ ਟੀਚਰ ਨੇ ਆਪਣੀਆਂ ਤਨਖਾਹਾਂ ਵਧਾਉਣ ਵਾਸਤੇ ਸਭ ਤੋਂ ਪਹਿਲੇ ਤਾਂ ਬਾਹਰ ਬੈਠਣਗੇ ਧਰਨੇ ਵਾਸਤੇ, ਦੂਸਰੇ ਪਾਸੇ ਸਟੂਡੈਂਟਾਂ ਨੂੰ ਕਹਿਣਗੇ 7 ਮਹੀਨੇ ਦੀ ਐਜੂਕੇਸ਼ਨ ਤੋਂ ਬਾਅਦ ਜਾਓ ਕਿਸੇ ਹੋਰ ਪਾਸੇ ਡਿਪਲੋਮਾ ਕਰ ਲਓ। ਹਾਲਾਂਕਿ ਕੋਰਟ ਦੇ ਆਰਡਰ ਵੀ ਆਏ ਨੇ, ਔਰ ਕੋਰਟ ਨੇ ਵੀ ਦਿਸ਼ਾ ਨਿਰਦੇਸ਼ ਦਿੱਤੇ ਨੇ ਵੀ ਇਹਨਾਂ ਬੱਚਿਆਂ ਨੂੰ ਰੋਲ ਨੰਬਰ ਦਿੱਤੇ ਜਾਣ। ਕੋਈ ਹੈ ਤੁਹਾਡੇ ਕੋਲ ਕੋਰਟ ਦੇ ਆਰਡਰ? ਸੋ ਤੁਹਾਨੂੰ ਕੋਰਟ ਦੇ ਆਰਡਰ ਵੀ ਦਿਖਾ ਰਹੇ ਹਾਂ, ਜਿੱਥੇ ਇਹ ਦਿਖਾ ਰਹੇ ਨੇ। ਔਰ ਇੱਥੇ ਤੁਹਾਡੇ ਜਿਹੜੇ ਪ੍ਰਿੰਸੀਪਲ ਨੇ, प्रिंसिपल कौन ने? सर आज तक पता नहीं सर, सानू प्रिंसिपल देखे नहीं आज तक। वो बेड रेस्ट पे हैं 6 महीने से, पता नहीं कौन सा जब से हमने एडमिशन लिए वो बेड रेस्ट पे ही हैं, वो कभी हमारे साथ आई डोंट नो प्रिंसिपल कहाँ है, नेम तक नहीं पता उनको। हमें नेम प्रिंसिपल ਦਾ ਨਾਮ ਤੱਕ ਵੀ ਨਹੀਂ ਪਤਾ, ਔਰ ਪ੍ਰਿੰਸੀਪਲ 6 ਮਹੀਨਿਆਂ ਤੋਂ ਤੁਹਾਨੂੰ ਦਿਖੇ ਵੀ ਨਹੀਂ। बिल्कुल नहीं दिखे सानू। कोई सैमीनार ਦੇ ਵਿੱਚੋਂ ਕਦੀ ਸਾਹਮਣੇ ਨਹੀਂ ਆਏ, ਉਹਨਾਂ ਦੇ
ਐਬਸੈਂਸ ਦੇ ਵਿੱਚ ਕੋਈ ਹੋਰ ਟੀਚਰ ਆ ਕੇ ਉਹਨਾਂ ਬਹਿੰਦੇ ਉਸ ਸੀਟ ਤੇ। ਪ੍ਰਿੰਸੀਪਲ ਕਦੀ ਸਾਡੇ ਸਾਹਮਣੇ ਨਹੀਂ ਆਏ, ਜੇ ਪੁੱਛਣ ਵੀ ਜਾਓ ਤਾਂ ਕੋਈ ਜਵਾਬ ਨਹੀਂ ਮਿਲਦਾ ਹੈ। ਉਹਨਾਂ ਦੇ ਐਬਸੈਂਟ ਦੇ ਵਿੱਚ ਕੌਣ ਬੈਂਦਾ? ਸਰ ਹੁੰਦੇ ਆ ਜਿਵੇਂ ਆਪਣੇ ਹੋਰ ਸਾਰੇ ਟੀਚਰਸ ਹੁੰਦੇ ਆ। ਅਲੱਗ-ਅਲੱਗ ਟੀਚਰਸ ਦੀ ਡਿਊਟੀ ਲੱਗਦੀ ਹੈ। ਸਤਵਿੰਦਰ ਮੈਮ ਹੁੰਦੇ ਆ, ਅਵਨਿੰਦਰ ਸਰ ਹੁੰਦੇ ਆ, ਇਹ ਵਾਲੇ ਸਾਰੇ ਟੀਚਰਸ ਹੀ ਹੁੰਦੇ ਨੇ। ਉਹਨਾਂ ਮਿੱਠੀਆਂ ਗੋਲੀਆਂ ਟੋਫੀਆਂ ਤੁਹਾਨੂੰ ਕੌਣ ਦੇਣ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਬੱਚੇ ਸਮਝ ਕੇ? ਸਾਰੇ ਸਰ ਕਹਿ ਰਹੇ ਆ, ਕੋਈ ਸਰ ਤਾਂ ਕੱਲ ਇੱਕ ਸਰ ਕਹਿ ਰਹੇ ਸੀ ਕਿ ਤੁਹਾਨੂੰ ਇੰਟਰਸਟਿਡ ਨਹੀਂ ਹੈ ਗਵਰਨਮੈਂਟ ਦੇਣ ਦੇ ਵਿੱਚ ਇਹ ਵਾਲੀ ਐਡਮਿਸ਼ਨ, ਤੇ ਅੱਜ ਇੱਕ ਸਰ ਕਹਿ ਰਿਹਾ ਹੈ ਤਾਂ ਸਾਡੀ ਕੋਈ ਮੀਟਿੰਗ ਹੀ ਨਹੀਂ ਹੋਈ ਹੈਗੀ। ਇਹ ਤੁਹਾਨੂੰ ਕਿੰਨੇ ਕਿਹਾ ਕਿ ਗਵਰਨਮੈਂਟ ਤੁਹਾਨੂੰ ਇੰਟਰਸਟਿਡ ਨਹੀਂ ਹੈਗੀ ਇਹ ਤੁਹਾਨੂੰ ਸੀਟਾਂ ਦੇਣ ਵਾਸਤੇ? ਸੁਖਵਿੰਦਰ ਸਰ ਨੇ ਕਿਹਾ ਸੀ। ਉਹ ਕੌਣ ਨੇ ਸੁਖਵਿੰਦਰ ਸਰ? ਫਿਜ਼ੀਕਲ ਐਜੂਕੇਸ਼ਨ ਵਾਲੇ ਇੱਥੇ ਹੀ ਹੈ। टीचर ने इसी कॉलेज ਦੇ। ਕੀ ਆਪਾਂ ਔਨ ਕੈਮਰਾ ਉਹਨਾਂ ਤੋਂ ਪੁੱਛ ਸਕਦੇ ਹਾਂ ਵੀ ਇਹ ਸੁਖਵਿੰਦਰ ਸਰ ਜੀ ਕੋਲੋਂ ਵੀ ਕਿਹੜੇ ਨੋਟੀਫਿਕੇਸ਼ਨ ਹੈ ਜਿਹੜੇ ਇਹਨਾਂ ਬੱਚਿਆਂ ਤੋਂ ਇਹਨਾਂ ਦਾ ਭਵਿੱਖ ਹੋਣ ਲੱਗੀ ਹੋਈ ਹੈ? ਸੁਖਦੇਵ ਸਰ ਸੀ ਉਹ। ਸੁਖਦੇਵ ਸਰ ਸੀ, ਸੁਖਦੇਵ ਸਰ ਨੇ ਸ਼ਾਇਦ, ਸੁਖਦੇਵ ਸਰ ਹੋਣਗੇ। ਅੰਦਰ ਹੀ ਹੋਣਗੇ ਟੀਚਰਸ, ਕਿਉਂਕਿ ਹਜੇ ਬੱਚਿਆਂ ਦੀ ਛੁੱਟੀ ਹੋਈ ਹੈ, ਟੀਚਰਸ ਦੀ ਛੁੱਟੀ ਲੇਟ ਹੁੰਦੀ ਹੈ। ਟੀਚਰਸ ਅੰਦਰ ਹੀ ਮਿਲਣਗੀਆਂ ਤੁਹਾਨੂੰ। ਸੋ ਦੋਸਤੋ ਟੀਚਰਸ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿੱਥੇ ਤਾਂ ਇਹਨਾਂ ਬੱਚਿਆਂ ਦੀ ਪੜ੍ਹਾਈ ਜੋ ਜ਼ਿੰਦਗੀ ਹੈ ਇਸ ਸਿੱਖਿਆ ਦੇ ਉੱਤੇ ਨਿਰਧਾਰਿਤ ਹੈਗੀ ਹੈ, ਦੂਜੇ ਪਾਸੇ ਹੀ ਇਹ ਟੀਚਰ ਬੱਚਿਆਂ ਦੀ ਸਿੱਖਿਆ ਨੂੰ ਕਿਉਂ ਖੋਣ ਲੱਗੇ ਹੋਏ ਨੇ। ਗੱਲ ਕਰਦੇ ਹਾਂ ਇਹਨਾਂ ਟੀਚਰਸ ਦੇ ਨਾਲ ਜਿਨ੍ਹਾਂ ਨੇ ਇਹ ਵਰਡ ਬੋਲੇ ਨੇ ਬਈ ਗਵਰਨਮੈਂਟ ਸਰਕਾਰ ਤੁਹਾਨੂੰ ਇਹ ਸੀਟਾਂ ਦੇਣ ਵਾਸਤੇ ਸક્ષਮ ਨਹੀਂ ਹੈਗੀ ਜਾਂ ਦੇ ਨਹੀਂ ਪਾ ਰਹੀ। ਕੀ ਅਜਿਹਾ ਮਾਮਲਾ? ਗੱਲ ਕਰਦੇ ਹਾਂ ਕਿਹੜੀਆਂ ਨੋਟੀਫਿਕੇਸ਼ਨ ਨੇ, ਕਿਉਂ ਸੀਟਾਂ ਨਹੀਂ ਦਿੱਤੀਆਂ ਜਾ ਰਹੀਆਂ। ਸੁਖਵਿੰਦਰ ਜੀ ਕਾਲਜ ਵਿੱਚ ਹੈ ਨਹੀਂ ਗਏ, ਉਹਨਾਂ ਨਾਲ ਫੋਨ ਦੇ ਉੱਤੇ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਜਾਣਦੇ ਹਾਂ ਉਹਨਾਂ ਦਾ ਕੀ ਪੱਖ ਹੈ। ਜੋ ਸਟੂਡੈਂਟ ਕਹਿ ਰਹੇ ਨੇ ਵੀ ਕਿੱਡੀ ਕੁ ਸੱਚਾਈ ਹੈਗੀ ਹੈ। ਹੈਲੋ ਮੇਰੀ ਗੱਲ ਸੁਖਵਿੰਦਰ ਜੀ ਨਾਲ ਹੋ ਰਹੀ ਹੈ? ਜੀ ਜੀ ਸਰ। ਸੁਖਵਿੰਦਰ ਜੀ ਸਤਿ ਸ਼੍ਰੀ ਅਕਾਲ, ਸੁਸ਼ੀਲ ਮਚਾਨ ਗੱਲ ਕਰ ਰਿਹਾ ਜੀ ਲੁਧਿਆਣਾ ਲਾਈਵ ਤੋਂ, ਸੀਨੀਅਰ ਪੱਤਰਕਾਰ ਜੀ। ਹਾਂਜੀ ਹਾਂਜੀ ਸਹੀ ਟਾਈਮ ਹੈ ਗੱਲ ਕਰਨ ਦਾ? ਮੈਂ ਮਾਰਕੀਟ 'ਚ, ਦੱਸੋ ਸਰ ਇੱਕ ਨਾ ਤੁਹਾਡੇ ਕਾਲਜ 'ਚ ਆਏ ਸੀਗੇ ਸਟੂਡੈਂਟਸ ਨੇ, ਬਾਹਰ ਨਾ ਧਰਨਾ ਪ੍ਰਦਰਸ਼ਨ ਕਰ ਰਹੇ ਸੀਗੇ। ਅੱਛਾ ਜੀ। ਇਹ ਕੀ ਪੂਰਾ ਮਾਮਲਾ ਹੈਗਾ ਵਾ? ਐਡਮਿਸ਼ਨ ਦੇ ਰਿਲੇਟਡ ਕਾਹਦਾ ਕਰਦੇ? ਹਾਂਜੀ ਹਾਂਜੀ, ਸੀਟਾਂ ਦੇ ਰੋਲ ਨੰਬਰ ਵਗੈਰਾ ਦੇ ਰਿਲੇਟਡ ਜੀ। ਨਹੀਂ, ਰੋਲ ਨੰਬਰ ਦਾ ਕੋਈ ਇਸ਼ੂ ਨਹੀਂ ਹੈ ਸਾਡੇ। ਕੋਈ ਜਿਹੜੇ ਬੱਚੇ ਹੋਏ ਥੋਰਲੀ ਐਡਮਿਟ ਹੋਏ ਆ ਉਹਨਾਂ ਉਹ ਤਾਂ ਐਗਜ਼ਾਮ ਦੇ ਰਹੇ ਆ। ਇਹਨਾਂ ਬੱਚਿਆਂ ਦੀ ਐਡਮਿਸ਼ਨ ਹੀ ਨਹੀਂ ਹੋਈ ਹਲੇ। ਸਰ 5-5000 ਰੁਪਏ ਲਿੱਤਾ ਗਿਆ ਸੀਗਾ ਇਹਨਾਂ ਤੋਂ। ਸਰ ਉਹ ਇੱਕ ਬੱਚਿਆਂ ਨੂੰ ਇੱਕ ਫੇਸ ਬੇਸ ਤੇ ਕਿਹਾ ਗਿਆ ਸੀ ਕਿ ਗਵਰਨਮੈਂਟ ਹਰ ਸਾਲ ਜਿਵੇਂ ਪ੍ਰੋਸੈਸ ਹੁੰਦਾ ਕਿ ਓਪਨ ਹੋਏਗਾ ਔਰ ਅੱਗੇ ਵੀ ਮਤਲਬ ਐਂਟਰੈਂਸ ਤੋਂ ਬਾਅਦ ਜਿਹੜੇ ਬੱਚੇ ਐਂਟਰੈਂਸ ਨਹੀਂ ਦਿੱਤਾ ਹੁੰਦਾ ਜੀ, ਇਹਨਾਂ ਤੋਂ ਜ਼ਿਆਦਾ ਬੱਚਿਆਂ ਨੇ ਐਂਟਰੈਂਸ ਨਹੀਂ ਦਿੱਤਾ, ਦੇ ਆਰ ਨਾਟ ਕੁਆਲੀਫਾਈਡ ਟੂ ਅਪੀਅਰ ਇਨ ਦੈਟ ਨਾਰਮਲ। ਸਰ ਇਹ ਜਿਹੜਾ ਸੌਰੀ ਇਹ ਜਿਹੜਾ ਸਰ ਫੇਜ਼ ਹੈਗਾ ਵਾ, ਇਹ 5000 ਰੁਪਇਆ ਲੈਣ ਤੋਂ ਬਾਅਦ 7 ਮਹੀਨਿਆਂ ਦੀ ਪੜ੍ਹਾਈ ਬੱਚਿਆਂ ਦਾ 7 ਮਹੀਨੇ ਦਾ ਕੈਰੀਅਰ ਦਾਅ ਲਗਾਉਣ ਤੇ ਹੀ ਫੇਜ਼ ਕਿਉਂ ਹੁੰਦਾ ਵਾ ਹੈ? ਉਸ ਤੋਂ ਬਾਅਦ ਅਨਫੇਜ਼ ਹੋ ਗਿਆ? ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਇਹ ਪ੍ਰੋਸੈਸ ਤਾਂ 10-12 ਦਿਨ ਦਾ ਸੀਗਾ। ਨਵੀਂ ਗਵਰਨਮੈਂਟ ਦੇ ਬਦਲਣ ਨਾਲ ਇਹ ਇੰਨਾ ਲੰਬਾ ਹੋ ਗਿਆ ਕਿ ਕੋਰਟ ਦੇ ਡਿਸੀਜਨ ਤੋਂ ਬਾਅਦ ਵੀ ਗਵਰਨਮੈਂਟ ਡਿਸੀਜਨ ਨਹੀਂ ਲੈ ਪਾ ਰਹੀ ਜੀ। ਔਰ ਇਸ ਤਰ੍ਹਾਂ ਨਹੀਂ ਹੁੰਦਾ, ਹਰ ਸਾਲ ਇਹ 10-12 ਦਿਨ ਦਾ ਫੇਜ਼ ਹੁੰਦਾ ਹੈ। ਔਰ ਇਸ ਵਾਰ ਕਿਉਂਕਿ ਗਵਰਨਮੈਂਟ ਚੇਂਜ ਹੋਈ ਹੈ, ਨਵੀਂ ਗਵਰਨਮੈਂਟ ਹੈ, ਥੋੜਾ ਬਚ ਕੇ ਚੱਲ ਰਹੀ ਹੈ ਔਰ ਹਾਈ ਕੋਰਟ ਨੇ ਡਿਸੀਜਨ ਦਿੱਤਾ ਕਿ ਵਿਦਿਨ 3 ਵੀਕ ਦਿਓ, ਤਾਂ ਵੀ ਹਾਲੇ ਤੱਕ ਅੱਜ ਕੱਲ ਲਾਸਟ ਡੇਟ ਸੀ, ਕੱਲ ਤਾਂ ਵੀ ਡਿਸੀਜਨ ਨਹੀਂ ਆਇਆ। ਇਹ ਅਨਸਰਟਨਿਟੀ ਨੂੰ ਤਾਂ ਫਸਟ ਟਾਈਮ ਅਸੀਂ ਵੀ ਫੇਸ ਕਰ ਰਹੇ ਹਾਂ ਕਿਉਂਕਿ ਪਿਛਲੇ 10 ਸਾਲਾਂ ਤੋਂ ਇਸ ਤਰ੍ਹਾਂ ਦੀ ਕਦੇ ਅਨਸਰਟਨਿਟੀ ਦੇਖੀ ਨਹੀਂ ਹੈ। ਇਹ ਜਿਹੜਾ ਸਰ ਡਿਸੀਜਨ ਹੈਗਾ ਵਾ ਇਹ ਹਾਈ ਕੋਰਟ ਵੱਲੋਂ ਪੈਂਡਿੰਗ ਹੈ ਜਾਂ ਪੰਜਾਬ ਸਰਕਾਰ ਵੱਲੋਂ ਪੈਂਡਿੰਗ ਹੈ? ਸਰ ਹਾਈ ਕੋਰਟ ਨੇ ਡਾਇਰੈਕਸ਼ਨ ਦੇ ਦਿੱਤੀਆਂ ਕਿ ਇਹਨੂੰ ਓਪਨ ਕਰੋ, ਪੰਜਾਬ ਸਰਕਾਰ ਹੀ ਇੱਥੇ ਕੋਈ ਡਿਸੀਜਨ ਨਹੀਂ ਲੈ ਪਾ ਰਹੀ। ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਪੰਜਾਬ ਸਰਕਾਰ ਡਿਨਾਈ ਕਰ ਰਹੀ ਹੈ ਜੀ? ਡਿਨਾਈ ਵੀ ਨਹੀਂ ਕਰ ਰਹੀ, ਕੋਈ ਡਿਸੀਜਨ ਤਾਂ ਦੇਵੇ। ਬਟ ਸਟੂਡੈਂਟਸ ਇਦਾਂ ਕਿਉਂ ਕਹਿ ਰਹੇ ਨੇ? ਸੁਖਵਿੰਦਰ ਸਰ ਇਹ ਕਹਿ ਰਹੇ ਨੇ ਪੰਜਾਬ ਸਰਕਾਰ ਨੇ ਡਿਨਾਈ ਕਰ ਦਿੱਤਾ ਹੋਇਆ ਵਾ ਵੀ ਤੁਹਾਡੇ। ਕਿਸੇ ਨੇ ਕੁਝ ਨਹੀਂ ਕਿਹਾ ਇਸ ਤਰ੍ਹਾਂ ਦਾ। ਅੱਛਾ ਜੀ। ਡਿਸੀਜਨ ਹੀ ਨਹੀਂ ਕੋਈ ਲੈ ਪਾ ਰਹੀ ਕਿਉਂਕਿ ਕੋਈ ਮੀਟਿੰਗ ਹੋਣੀ ਸੀ ਕੱਲ, ਉਹ ਵੀ ਨਹੀਂ ਹੋਈ। ਅੱਜ ਵੀ ਹੋਪ ਹੈ ਮੀਟਿੰਗ 4 ਵਜੇ ਲਈ ਹੋਈ ਹੈ ਪ੍ਰਿੰਸੀਪਲ ਨੇ। ਉਹ ਮੀਟਿੰਗ ਜਦੋਂ ਮੀਟਿੰਗ ਦਾ ਟਾਈਮ ਆਉਂਦਾ ਹੈ ਤਾਂ ਬਿਊਰੋਕ੍ਰੇਸੀ ਤੁਹਾਨੂੰ ਪਤਾ ਜਿਵੇਂ ਐਕਸਕਿਊਜ਼ ਕਰਦੀ ਹੈ। ਸਰ ਜਿੱਥੇ ਤਾਂ ਪੰਜਾਬ ਸਰਕਾਰ ਦੇ ਇੱਕ ਵੱਡੇ ਵਾਅਦੇ ਸੀਗੇ ਵੀ ਬੱਚਿਆਂ ਨੂੰ ਮੁੱਖ ਪੱਧਰ ਦੀ ਐਜੂਕੇਸ਼ਨ ਦੇਵਾਂਗੇ, ਫ੍ਰੀ ਐਜੂਕੇਸ਼ਨ ਦੇਵਾਂਗੇ, ਦਿੱਲੀ ਮਾਡਲ ਬਣਾਵਾਂਗੇ, ਐਡੇ ਵੱਡੇ ਦਾਅਵੇ ਅੱਜ ਕਿਤੇ ਨਾ ਕਿਤੇ ਸਟੂਡੈਂਟਸ ਦੇ ਖੋਖਲੇ ਨਜ਼ਰ ਆ ਰਹੇ ਜੀ। ਅਗਰ ਹਾਈ ਕੋਰਟ ਨੇ ਡਾਇਰੈਕਸ਼ਨਸ ਦੇ ਦਿੱਤੀਆਂ ਨੇ ਤੇ ਪੰਜਾਬ ਸਰਕਾਰ ਨੂੰ ਕੀ ਇਤਰਾਜ਼ ਹੋ ਸਕਦਾ ਸਰ? ਇਹ ਸਟੂਡੈਂਟਸ ਦਾ 7 ਮਹੀਨਿਆਂ ਦਾ ਕੈਰੀਅਰ ਔਰ 5-5000 ਰੁਪਏ ਦੀ ਜਿਹੜੀ ਸਲਿੱਪ ਲਈ ਫਿਰਦੇ ਨੇ, ਇਹਨਾਂ ਦਾ ਕੁਝ ਨਹੀਂ ਹੈ? ਸਰ ਜੀ ਗਵਰਨਮੈਂਟ ਕੁਝ ਨਵੇਂ ਐਕਸਪੈਰੀਮੈਂਟ ਕਰ ਰਹੀ ਹੈ ਐਜੂਕੇਸ਼ਨ ਦੇ, ਕਿਉਂਕਿ ਉਹ ਇੱਕ ਨਵੀਂ ਤਰ੍ਹਾਂ ਨਾਲ ਇਸ ਨੂੰ ਡੀਲ ਕਰਨਾ ਚਾਹੁੰਦੀ ਹੈ।
ਉਸ ਚੱਕਰ 'ਚ ਜਿਹੜੇ ਪੁਰਾਣੇ ਚੱਲ ਰਹੇ ਸਿਸਟਮ ਨੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਰੋਕ ਦਿੱਤਾ ਗਿਆ। ਸਰ ਇਹ ਕੋਈ ਅਦਰਵਾਈਜ਼ ਸਰ ਜਿਹੜੇ ਸਟੂਡੈਂਟ ਨੇ ਇਹ ਕੋਈ ਐਕਸਪੈਰੀਮੈਂਟਲ ਫੰਡਾ ਤਾਂ ਹੈ ਨਹੀਂ ਕਿ ਪਹਿਲੇ 7 ਮਹੀਨੇ ਖਰਾਬ ਕਰਤੇ ਔਰ ਇਹਨਾਂ ਦੇ ਉੱਤੇ ਗਵਰਨਮੈਂਟ ਆ ਕੇ ਐਕਸਪੈਰੀਮੈਂਟ ਕਰੂਗੀ। 7 ਮਹੀਨਿਆਂ ਦਾ ਕੈਰੀਅਰ ਹੈ ਬੱਚਿਆਂ ਦਾ ਸਰ। ਇਹਦੇ ਬਾਰੇ ਤਾਂ ਗਵਰਨਮੈਂਟ ਹੀ ਕੁਝ ਕਹਿ ਸਕਦੀ ਹੈ, ਅਸੀਂ ਤਾਂ ਕੁਝ ਨਹੀਂ। ਸਰ ਦੇਖੋ ਡਾਇਰੈਕਸ਼ਨਸ ਜਿਹੜੀਆਂ ਗਵਰਨਮੈਂਟ ਦੀਆਂ ਹੋ ਸਕਦੀਆਂ ਨੇ ਬਟ ਨਿਚਲੇ ਹੇਠਲੇ ਲੈਵਲ ਤੇ ਤਾਂ ਤੁਸੀਂ ਹੀ ਇਹਨਾਂ ਵਾਸਤੇ ਸਰਕਾਰ ਹੋ, ਤੁਸੀਂ ਹੀ ਟੀਚਰ ਹੋ, ਤੁਸੀਂ ਹੀ ਗੁਰੂ ਹੋ। ਸਰ ਅੱਜ ਡਾਇਰੈਕਸ਼ਨ ਕਰਵਾ ਦਿਓ ਸਰਕਾਰ ਤੋਂ, ਕੱਲ ਨੂੰ ਅਸੀਂ ਸਰ ਇਹ ਤਾਂ ਤੁਸੀਂ ਆਪਣਾ ਗਰਾਊਂਡ ਲੈਵਲ ਤੇ ਤੁਸੀਂ ਆਪਣੀ ਰਿਪੋਰਟ ਬਣਾ ਕੇ ਭੇਜਣੀ ਨਾ ਸਰਕਾਰ ਨੂੰ ਵੀ ਬੱਚਿਆਂ ਦੀ ਪੜ੍ਹਾਈ 7 ਮਹੀਨਿਆਂ ਦਾ ਕੈਰੀਅਰ ਦਾ ਉਹਦੇ ਉੱਤੇ ਲੱਗਾ ਹੋਇਆ। ਸਰ ਅਸੀਂ ਬੱਚਿਆਂ ਵਾਸਤੇ ਕੋਰਟ 'ਚ ਸਾਡੀ ਐਸੋਸੀਏਸ਼ਨ ਨੇ ਫਾਈਟ ਕਰ ਲਿਆ, ਲੀਗਲ ਅਸੀਂ ਸਾਰਾ ਪ੍ਰੋਸੀਜਰ ਅਡਾਪਟ ਕਰ ਲਿਆ, ਉਹਦੇ ਤੇ ਡਾਇਰੈਕਸ਼ਨ ਕਰਵਾ ਦਿੱਤੀ ਆ। ਹੁਣ ਹੱਥ ਫੜ ਕੇ ਸਰਕਾਰ ਤੋਂ ਕਿਵੇਂ ਕਰਵਾਇਆ ਜਾ ਸਕਦਾ ਕੁਝ? ਤੁਸੀਂ ਆਪਣੇ ਵੱਲੋਂ ਸਰਕਾਰ ਨੂੰ ਪੂਰਾ ਕਹਿ ਚੁੱਕੇ ਹੋ। ਸਰ ਜਦੋਂ ਕੇਸ ਫਾਈਲ ਕਰ ਦਿੱਤਾ ਸਾਡੀ ਐਸੋਸੀਏਸ਼ਨ ਨੇ, ਕੇਸ 'ਚ ਡਾਇਰੈਕਸ਼ਨ ਹੋ ਗਿਆ ਗਵਰਨਮੈਂਟ ਨੂੰ ਕਿ ਵਿਦਿਨ 3 ਵੀਕ ਤੁਸੀਂ ਇਹ ਡਿਸੀਜਨ ਲਓ, ਤਾਂ ਡਿਸੀਜਨ ਹੀ ਨਹੀਂ ਆਇਆ ਜੀ। ਮਤਲਬ ਸਰਕਾਰ ਦੀ ਨਾਕਾਮੀ ਕਹਿ ਸਕਦੇ ਆ ਇਸ ਚੀਜ਼ ਦੇ ਵਿੱਚ? ਨਹੀਂ, ਨਾਕਾਮੀ ਤਾਂ ਨਹੀਂ ਹੈ ਕਿਉਂਕਿ ਕੁਝ ਬਿਊਰੋਕਰੈਟਿਕ ਜਾਂ ਐਡਮਿਨਿਸਟ੍ਰੇਟਿਵ ਕੋਈ ਮਤਲਬ ਡਿਲੇ ਹੈ ਜਾਂ ਕਿਸ ਤਰ੍ਹਾਂ ਦਾ ਵੀ ਜੋ ਵੀ ਉਹ ਸਰਕਾਰ ਹੀ ਕੁਝ ਕਹਿ ਸਕਦੀ ਹੈ, ਉਹਦੇ ਬਾਰੇ ਤਾਂ ਅਸੀਂ ਕੁਝ ਕਹਿੰਦੇ ਜੀ। ਸੋ ਸਰ ਜਿਹੜਾ ਇਹ ਬੱਚਿਆਂ ਦਾ ਹੁਣ 7 ਮਹੀਨੇ ਦਾ ਕੈਰੀਅਰ ਹੈ, ਹੁਣ ਇਹਨਾਂ ਨੂੰ ਇਹ ਕਿਹਾ ਜਾ ਰਿਹਾ ਹੈ ਕੋਈ ਇਗਨਿਸ ਕੋਈ ਹੈਗਾ ਵਾ ਉਹਨਾਂ ਤੋਂ ਤੁਸੀਂ ਡਿਪਲੋਮਾ ਕਰ ਲਓ, ਮਤਲਬ ਇਹ ਤਾਂ ਆਪਣੇ ਕਾਲਜ ਵੱਲੋਂ ਰეკਮੈਂਡ ਕੀਤਾ ਗਿਆ ਸਰ? ਸਰ ਇਸ ਤਰ੍ਹਾਂ ਹੁੰਦਾ ਹੈ ਕਿ ਜ਼ਿਆਦਾਤਰ ਬੱਚੇ ਅੱਜ ਕੱਲ੍ਹ ਮਾਈਗ੍ਰੇਟ ਕਰਦੇ ਆ, ਤੇ ਅਸੀਂ ਇੱਕ ਬੱਚਿਆਂ ਦੇ ਫੇਵਰ 'ਚ ਬੱਚਿਆਂ ਨੂੰ ਇੱਕ ਐਡਵਾਈਸ ਦੇਣ ਵਾਲੀ ਗੱਲ ਸੀ ਕਿ ਤੁਹਾਡਾ ਕੋਈ ਵਿੱਚ ਗੈਪ ਨਾ ਪਵੇ ਐਜੂਕੇਸ਼ਨ ਦਾ, ਤੇ ਤੁਸੀਂ ਕੋਈ ਨਾਲ ਕੰਟੀਨਿਊ ਕਰ ਸਕਦੇ ਤਾਂ ਰੈਗੂਲਰ ਕੋਈ ਸਟੱਡੀ ਕੰਟੀਨਿਊ ਰੱਖੋ। ਸਰਕਾਰ ਡਿਸੀਜਨ ਨਹੀਂ ਲੈ ਰਹੀ ਔਰ ਅਨਸਰਟਨਿਟੀ ਬਹੁਤ ਲੰਬੀ ਹੋ ਗਈ ਹੈ, ਲਿੰਗਰ ਆਨ ਹੋ ਰਿਹਾ ਚੀਜ਼ਾਂ। ਅੱਛਾ ਜੀ। ਉਹ ਵੀ ਡਿਸੀਜਨ ਹੀ ਹੈ ਕਿ ਰੈਗੂਲਰ ਰਹਿਣ, ਕਿਉਂਕਿ ਬੱਚੇ ਜੇ ਗੈਪ ਪੈਂਦਾ ਹੈ ਤਾਂ ਬੱਚੇ ਦੀ ਸਟੱਡੀ ਜੇ ਅਬਰਪਟ ਹੁੰਦੀ ਹੈ ਤਾਂ ਫਿਰ ਬਾਅਦ ਦੇ ਵਿੱਚ ਵੀਜ਼ਾ ਵਗੈਰਾ ਬੱਚੇ ਲਵਾਉਂਦੇ ਆ ਤਾਂ ਉਹਦੇ 'ਚ ਵੀ ਇਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਜਾਂ ਹੋਰ ਤਾਂ ਉਹਦੇ 'ਚ ਕੋਈ ਇਹ ਨਹੀਂ ਹੈ ਕਿ ਅਸੀਂ ਕੋਈ ਫੋਰਸ ਕਰ ਰਹੇ ਹਾਂ ਵੀ ਇਹਨਾਂ ਨੇ ਲੈਣਾ ਹੀ ਹੈ। ਇਹ ਤਾਂ ਡਿਸਾਈਡ ਕਰਨਾ ਇਹਨਾਂ ਨੇ ਚੋਇਸ, ਜੇ ਨਹੀਂ ਇਹ ਰੈਗੂਲਰ ਕਰਨਾ ਚਾਹੁੰਦੇ ਤਾਂ ਦੇ ਆਰ ਵੈਰੀ ਮਚ ਕਲੀਅਰ ਅਬਾਊਟ ਕਿ ਪ੍ਰੋਸੀਜਰ ਕਿਵੇਂ ਚੱਲਣਾ ਹੈ ਐਵਰੀ ਟਾਈਮ। ਇਹ ਬੱਚਿਆਂ ਨੇ ਜਿਵੇਂ ਹਾਈ ਕੋਰਟ ਨੇ ਡਾਇਰੈਕਸ਼ਨਸ ਦੇ ਦਿੱਤੀਆਂ ਹੋਈਆਂ ਨੇ, ਸਰਕਾਰ ਕੀ ਇਹਦੇ ਤੇ ਜਲਦ ਫੈਸਲਾ ਲੈ ਸਕਦੀ ਹੈ? ਸਰ ਸਰਕਾਰ ਤਾਂ ਅੱਜ ਮੀਟਿੰਗ ਲਈ ਹੈ, ਸਾਡੇ ਕੁਝ ਪ੍ਰਿੰਸੀਪਲ ਅੱਜ ਵੀ ਗਏ ਹੋਏ ਨੇ, ਸ਼ਾਮ ਨੂੰ ਸੈਕਟਰੀ ਐਜੂਕੇਸ਼ਨ ਦਾ ਮੀਟਿੰਗ ਹੈ, ਪਰ ਡਿਸੀਜਨ ਦੇਣ ਨਾ ਤਾਂ ਹੈ ਨਾ ਜੀ। ਮੁੜਿਆ ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ ਸਰ। ਸੋ ਤੁਸੀਂ ਦੇਖਿਆ ਕਿ ਇਹ ਸੁਖਵਿੰਦਰ ਸਿੰਘ ਜੀ ਸੀਗੇ ਜੋ ਕਿ ਮਾਲਵਾ ਕਾਲਜ ਦੇ ਵਿੱਚ ਐਜ਼ ਏ ਪ੍ਰਿੰਸੀਪਲ ਡੀਲ ਕਰ ਰਹੇ ਨੇ। ਹਾਲਾਂਕਿ ਪ੍ਰਿੰਸੀਪਲ ਦਾ ਹਾਲੇ ਤੱਕ ਕੋਈ ਪਤਾ ਨਹੀਂ ਹੈਗਾ ਕੌਣ ਨੇ, ਬਟ ਕਿਤੇ ਨਾ ਕਿਤੇ ਸਵਾਲ ਇਹ ਪੈਦਾ ਹੁੰਦਾ ਵਾ ਵੀ ਸਰਕਾਰੀ ਅਦਾਇਰਾ ਹੋਵੇ ਮਾਲਵਾ ਕਾਲਜ, ਜਿੱਥੇ ਸਟੂਡੈਂਟਸ ਆਪਣੀ ਭਵਿੱਖ ਨੂੰ ਲੈ ਕੇ ਆਪਣੇ ਫਿਊਚਰ ਨੂੰ ਲੈ ਕੇ ਇੱਥੇ ਖੜੇ ਨੇ, ਔਰ ਦੂਜੇ ਪਾਸੇ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੇ ਡਿਸੀਜਨ ਦੇ ਦਿੱਤਾ ਹੈ 3 ਹਫ਼ਤਿਆਂ ਦੇ ਟਾਈਮ ਦੇ ਵਿੱਚ ਇਹਨਾਂ ਨੂੰ ਰੋਲ ਨੰਬਰ ਜਾਰੀ ਕਰਕੇ ਇਹਨਾਂ ਵਾਸਤੇ ਇਹ ਰੈਗੂਲਰ ਇਸ ਪੜ੍ਹਾਈ ਨੂੰ ਜਾਰੀ ਕੀਤਾ ਜਾਵੇ ਤਾਂ ਕਿ ਇਹਨਾਂ ਦਾ ਭਵਿੱਖ ਖਰਾਬ ਨਾ ਹੋਵੇ। ਦੂਜੇ ਪਾਸੇ ਹੀ ਸਰਕਾਰ ਹਾਲੇ ਤੱਕ ਡਿਸੀਜਨ ਨਹੀਂ ਲੈ ਪਾ ਰਹੀ ਹੈ। ਦੇਖਣਾ ਹੁਣ ਇਹ ਹੋਊਗਾ ਸਰਕਾਰ ਕਦੋਂ ਡਿਸੀਜਨ ਲੈ ਪਾਉਂਦੀ ਹੈ। ਜਿਹੜੇ ਰਹੋ ਕੈਮਰਾਮੈਨ ਮਨੋਜ ਦੇ ਨਾਲ ਸੁਸ਼ੀਲ ਮਚਾਨ ਦੀ ਰਿਪੋਰਟ, ਲੁਧਿਆਣਾ ਲਾਈਵ।